ਅੱਜ ਹਰ ਦੇਸ਼ ਦੀ ਪੁਲਿਸ ਅਤੇ ਫੌਜ ਦੇ ਕੋਲ ਮਾਡਰਨ ਬੰਦੂਕਾਂ ਦੀ ਕੋਈ ਕਮੀ ਨਹੀਂ ਹੈ ਜਿਹੜੀਆਂ ਕਿ ਇੰਨੀਆਂ ਖਤਰਨਾਕ ਨੇ ਕਿ ਸਕਿੰਟਾਂ ਦੇ ਵਿੱਚ ਹੀ ਯੁੱਧ ਦੇ ਨਤੀਜਿਆਂ ਨੂੰ ਬਦਲ ਦਿੰਦੀਆਂ ਨੇ। ਪਰ ਕੀ ਤੁਸੀਂ ਜਾਣਦੇ ਹੋ ਹਥਿਆਰਾਂ ਦੇ ਵਿੱਚ ਆਪਣੀ ਖਾਸ ਜਗ੍ਹਾ ਬਣਾਉਣ ਵਾਲੀ ਬੰਦੂਕ ਦੀ ਖੋਜ ਕਦੋਂ, ਕਿਸ ਨੇ ਅਤੇ ਕਿੱਥੇ ਕੀਤੀ ਸੀ? ਬੰਦੂਕ ਦਾ ਇਤਿਹਾਸ ਵੀ ਬਹੁਤ ਜ਼ਿਆਦਾ ਗੁੰਝਲਦਾਰ ਹੈ, ਸੋ ਆਖਰ ਤੱਕ ਇਸ ਵੀਡੀਓ ਨੂੰ ਜ਼ਰੂਰ ਦੇਖਣਾ। ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋਟ ਟੀਵੀ। ਗਨ ਦਾ ਇਤਿਹਾਸ ਜਾਣਨ ਤੋਂ ਪਹਿਲਾਂ ਗਨ ਨੂੰ ਚਲਾਉਣ ਵਾਲੇ ਗਨ ਪਾਊਡਰ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਉਹੀ ਗਨ ਪਾਊਡਰ ਹੈ ਜਿਹੜਾ ਕਿ ਗੋਲੀ ਬਣਾਉਣ ਦੇ ਵਿੱਚ ਵਰਤਿਆ ਜਾਂਦਾ ਹੈ। ਇੰਗਲਿਸ਼ ਦੇ ਵਿੱਚ ਇਸ ਨੂੰ ਗਨ ਪਾਊਡਰ ਅਤੇ ਪੰਜਾਬੀ ਦੇ ਵਿੱਚ ਇਸ ਨੂੰ ਬਰੂਦ ਕਹਿੰਦੇ ਨੇ। ਇਹ ਹਰ ਤਰ੍ਹਾਂ ਦੇ ਫਾਇਰ ਆਰਮ ਦੇ ਵਿੱਚ ਵਰਤਿਆ ਜਾਂਦਾ ਹੈ। ਗਨ ਪਾਊਡਰ ਯਾਨੀ ਕਿ ਬਰੂਦ ਦੀ ਖੋਜ 9ਵੀਂ ਸਦੀ ਦੇ ਵਿੱਚ ਚੀਨ ਦੇ ਵਿੱਚ ਕੀਤੀ ਗਈ ਸੀ। ਸਭ ਤੋਂ ਪਹਿਲਾਂ ਇਸ ਖਤਰਨਾਕ ਚੀਜ਼ ਨੂੰ ਖੁਸ਼ੀਆਂ ਜਾਂ ਵਿਆਹ ਦੇ ਮੌਕੇ ਦੇ ਵਿੱਚ ਪਟਾਕਿਆਂ ਦੇ ਰੂਪ 'ਚ ਚਲਾਇਆ ਜਾਂਦਾ ਸੀ। ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਬੰਦੂਕ ਦੀ ਖੋਜ ਵੀ ਸਭ ਤੋਂ ਪਹਿਲਾਂ ਚੀਨ ਦੇ ਵਿੱਚ ਹੀ ਕੀਤੀ ਗਈ ਸੀ। ਚੀਨੀਆਂ ਨੇ 9ਵੀਂ ਸਦੀ ਦੇ ਵਿੱਚ ਬਰੂਦ ਦੀ ਖੋਜ ਕੀਤੀ ਤੇ ਉਸ ਤੋਂ ਬਾਅਦ ਬਰੂਦ ਦੇ ਉੱਪਰ ਉਹ ਅਲੱਗ-ਅਲੱਗ ਤਰ੍ਹਾਂ ਦੇ ਪ੍ਰਯੋਗ ਕਰਨ ਲੱਗੇ। ਸਭ ਤੋਂ ਪਹਿਲਾਂ 19ਵੀਂ ਸਦੀ ਦੇ ਵਿੱਚ ਇਹ ਲੋਕਾਂ ਨੇ ਬਰੂਦ ਦੇ ਉੱਪਰ ਇੱਕ ਅਲੱਗ ਤਰ੍ਹਾਂ ਦਾ ਪ੍ਰਯੋਗ ਕੀਤਾ। ਉਹਨਾਂ ਨੇ ਇੱਕ ਲੰਮੇ ਬਾਂਸ ਦੇ ਖੋਲ ਦੇ ਵਿੱਚ ਬਰੂਦ ਨੂੰ ਭਰਿਆ ਤੇ ਫਿਰ ਉਸ ਬਾਂਸ ਦੇ ਅੰਦਰ ਕੁਝ ਪੱਥਰ ਦੇ ਟੁਕੜੇ ਵੀ ਪਾ ਦਿੱਤੇ ਤੇ ਫਿਰ ਉਸ ਬਾਂਸ ਦੇ ਉੱਪਰ ਇੱਕ ਗਲੀ ਕਰਕੇ ਉਸ ਰਾਹੀਂ ਅੱਗ ਲਗਾ ਦਿੱਤੀ ਤੇ ਫਿਰ ਉਹਨਾਂ ਨੇ ਦੇਖਿਆ ਕਿ ਬਰੂਦ ਦੇ ਫਟਣ ਤੋਂ ਬਾਅਦ ਪੱਥਰ ਬਹੁਤ ਤੇਜ਼ੀ ਦੇ ਨਾਲ ਬਾਹਰ ਨਿਕਲਦੇ ਨੇ, ਜਿਸ ਕਾਰਨ ਉਹਨਾਂ ਦੇ ਮਨ ਦੇ ਵਿੱਚ ਇਸ ਨੂੰ ਵਰਤ ਕੇ ਇੱਕ ਹਥਿਆਰ ਬਣਾਉਣ ਦਾ ਵਿਚਾਰ ਆਇਆ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੁਰਾਣੇ ਸਮਿਆਂ ਦੇ ਵਿੱਚ ਇਸ ਦੁਨੀਆ ਦੇ ਵਿੱਚ ਲਗਾਤਾਰ ਯੁੱਧ ਤੇ ਲੜਾਈਆਂ ਹੁੰਦੇ ਰਹਿੰਦੇ ਸਨ। ਉਸ ਟਾਈਮ ਦੇ ਯੁੱਧ ਦੇ ਵਿੱਚ ਤੀਰ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਸੀ, ਪਰ ਉਸ ਟਾਈਮ ਤੀਰ ਅਤੇ ਬਰੂਦ ਨੂੰ ਦੇਖ ਕੇ ਚੀਨੀਆਂ ਦੇ ਦਿਮਾਗ ਦੇ ਵਿੱਚ ਕੁਝ ਅਲੱਗ ਹੀ ਤਰ੍ਹਾਂ ਦੇ ਵਿਚਾਰ ਆਉਣ ਲੱਗੇ। ਉਹਨਾਂ ਨੇ ਬਰੂਦ ਦੀ ਵਰਤੋਂ ਕਰਕੇ ਤੀਰ ਨੂੰ ਹੋਰ ਜ਼ਿਆਦਾ ਸਪੀਡ ਦੇਣੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਬਾਂਸ ਦੀ ਇੱਕ ਖੋਖਲੀ ਜਗ੍ਹਾ ਦੇ ਵਿੱਚ ਬਰੂਦ ਭਰਦੇ, ਉਸ ਦੇ ਦੂਜੇ ਪਾਸੇ ਤੀਰ ਪਾ ਦਿੰਦੇ ਤੇ ਉਸ ਬਾਂਸ ਦੇ ਉੱਪਰ ਗਲੀ ਕੱਢ ਕੇ ਉਸ ਦੇ ਵਿੱਚ ਅੱਗ ਲਗਾ ਦਿੰਦੇ, ਜਿਸ ਦੇ ਕਾਰਨ ਬਰੂਦ ਫਟਣ ਤੇ ਤੀਰ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਬਾਹਰ ਨਿਕਲਦੇ ਤੇ ਆਪਣੇ ਟਾਰਗੇਟ ਨੂੰ ਨਿਸ਼ਾਨਾ ਬਣਾਉਂਦੇ। ਇਸ ਤਰ੍ਹਾਂ ਬਾਂਸ ਤੋਂ ਟੁੱਟੀ ਫੁੱਟੀ ਭਾਵੇਂ ਬੇਤੁਕੀ ਹੀ ਸੀ ਪਰ ਦੁਨੀਆ ਦੀ ਪਹਿਲੀ ਬੰਦੂਕ ਬਣਾਈ ਗਈ ਜਿਹੜੀ ਕਿ ਅੱਗੇ ਫਿਊਚਰ ਦੇ ਵਿੱਚ ਬਣਨ ਵਾਲੀਆਂ ਬੰਦੂਕਾਂ ਦੀ ਨੀਂਹ ਸਾਬਤ ਹੋਈ। ਫਿਰ ਟਾਈਮ ਦੇ ਨਾਲ 10ਵੀਂ ਸਦੀ ਦੇ ਵਿੱਚ ਉਹਨਾਂ ਨੇ ਇਸ ਦੇ ਵਿੱਚ ਕਈ ਬਦਲਾਅ ਕੀਤੇ। ਹੁਣ ਉਹ ਬਾਂਸ ਦੇ ਅੱਗੇ ਇੱਕ ਗੋਲ ਟਿਊਬ ਲਗਾ ਕੇ ਉਸ ਨੂੰ ਬਰੂਦ ਦੇ ਨਾਲ ਭਰ ਦਿੰਦੇ ਸਨ ਤੇ ਉਸ ਦੇ ਅੱਗੇ ਉਹ ਤਿੱਖੇ ਅਤੇ ਨਕੀਲੇ ਤੀਰ ਲਗਾ ਦਿੰਦੇ ਸੀ ਤੇ ਫਿਰ ਇਸ ਦੇ ਵਿੱਚ ਅੱਗ ਲਗਾ ਕੇ ਫਾਇਰ ਕਰ ਦਿੰਦੇ ਸਨ। ਇਸ ਤਰ੍ਹਾਂ ਉਹ ਇਹ ਗਨ ਨੂੰ ਦੁਬਾਰਾ ਵੀ ਵਰਤ ਸਕਦੇ ਸੀ। ਚੀਨੀਆਂ ਨੇ ਸਭ ਤੋਂ ਪਹਿਲੀ ਵਾਰ ਬਾਂਸ ਅਤੇ ਬਰੂਦ ਨੂੰ ਵਰਤ ਕੇ ਗਨ ਬਣਾਈ ਸੀ। ਇਸ ਨੂੰ ਹੀ ਦੁਨੀਆ ਦੀ ਪਹਿਲੀ ਬੰਦੂਕ ਜਾਨੀ ਕਿ ਫਾਇਰ ਲਾਮਸ ਗਨ ਕਿਹਾ ਜਾਂਦਾ ਹੈ। ਫਾਇਰ ਲਾਮਸ ਨਾਮ ਦੀ ਇਹ ਗਨ ਨੂੰ ਬਾਂਸ ਦੀ ਗਨ ਤੋਂ ਬਾਅਦ ਬਣਾਇਆ ਗਿਆ ਸੀ। ਇਹ ਵੀ ਬਾਂਸ ਦੀ ਤਰ੍ਹਾਂ ਹੀ ਸੀ ਪਰ ਇਸ ਦੇ ਅੱਗੇ ਥੋੜਾ ਸੁਧਾਰ ਕਰਕੇ ਟਿਊਬ ਲਗਾ ਦਿੱਤੀ ਗਈ ਜਿਹਦੇ ਵਿੱਚ ਗਨ ਪਾਊਡਰ ਜਾਨੀ ਕਿ ਬਰੂਦ ਭਰਿਆ ਜਾਂਦਾ ਸੀ। ਉਸ ਟਾਈਮ ਜੰਗ ਦੇ ਸਮੇਂ ਇਸ ਦੀ ਬਹੁਤ ਜ਼ਿਆਦਾ ਵਰਤੋਂ ਹੋਣ ਲੱਗੀ ਸੀ। ਸ਼ੁਰੂਆਤ ਦੇ ਵਿੱਚ ਕੁਝ ਲੋਕਾਂ ਨੇ ਇਸ ਗਨ ਨੂੰ ਦੇਖਣ ਤੋਂ ਬਾਅਦ ਸੋਚਿਆ ਕਿ ਕਿਉਂ ਨਾ ਇਸ ਗਨ ਨੂੰ ਲੋਹੇ ਦੇ ਵਿੱਚ ਬਦਲ ਦਿੱਤਾ ਜਾਵੇ ਤਾਂ ਇਹ ਗਨ ਹੋਰ ਜ਼ਿਆਦਾ ਮਜ਼ਬੂਤ ਤੇ ਸਥਿਰ ਹੋ ਜਾਵੇਗੀ। ਇਸ ਤਰ੍ਹਾਂ ਲੋਹੇ ਦੀ ਵਰਤੋਂ ਵੀ ਗਨ ਬਣਾਉਣ ਦੇ ਵਿੱਚ ਹੋਣ ਲੱਗੀ ਤੇ ਫਿਰ ਸਮੇਂ ਦੇ ਨਾਲ ਇਸ ਦੇ ਵਿੱਚ ਹੋਰ ਵੀ ਕਈ ਸੁਧਾਰ ਕੀਤੇ ਗਏ ਤੇ ਇਹ ਲੋਹੇ ਦੀਆਂ ਬੰਦੂਕਾਂ ਨੂੰ ਲੰਮੇ ਸਮੇਂ ਤੱਕ ਵਰਤਣ ਦੇ ਲਈ ਅਲੱਗ-ਅਲੱਗ ਮੈਟਲ ਦੇ ਨਾਲ ਬਣਾਇਆ ਜਾਣ ਲੱਗਾ। ਤਕਨੀਕੀ ਰੂਪ ਦੇ ਵਿੱਚ ਇੱਥੋਂ ਤੋਂ ਹੀ ਬੰਦੂਕਾਂ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਜਿਵੇਂ ਹੀ ਕੋਈ ਨਵੀਂ ਤਕਨੀਕ ਦੁਨੀਆ ਦੇ ਵਿੱਚ ਆਉਂਦੀ ਹੈ ਤਾਂ ਦੁਨੀਆ ਦੇ ਸਾਰੇ ਦੇਸ਼ ਹੀ ਉਹ ਤਕਨੀਕ ਨੂੰ ਹਾਸਲ ਕਰਨ ਦੇ ਲਈ ਲੱਗ ਜਾਂਦੇ ਨੇ। ਇਸ ਤਰ੍ਹਾਂ ਜਦੋਂ ਸਮੇਂ ਦੇ ਨਾਲ ਹੌਲੀ-ਹੌਲੀ ਬੰਦੂਕ ਦੀ ਚਰਚਾ ਯੂਰਪ ਤੱਕ ਪਹੁੰਚੀ ਤਾਂ ਯੂਰਪ ਦੇ ਲੋਕਾਂ ਦੇ ਵਿੱਚ ਇਸ ਨੂੰ ਪਾਉਣ ਅਤੇ ਇਸ ਨੂੰ ਦੇਖਣ ਦੀ ਜਿਗਿਆਸਾ ਹੋਰ ਵਧਣ ਲੱਗੀ ਤੇ ਹੁਣ ਯੂਰਪ ਵਾਸੀਆਂ ਨੂੰ ਜੰਗ ਦੇ ਟਾਈਮ ਬਰੂਦ ਦੇ ਨਾਲ ਬਣੀਆਂ ਹੋਈਆਂ ਬੰਦੂਕਾਂ ਦੀ ਅਹਿਮੀਅਤ ਪਤਾ ਲੱਗੀ ਤਾਂ ਉਸ ਤੋਂ ਬਾਅਦ ਯੂਰਪੀਅਨ ਦੇ ਵਿੱਚ ਇਸ ਨੂੰ ਪਾਉਣ ਦੀ ਹੋੜ ਮੱਚ ਗਈ। ਯੂਰਪੀਅਨ ਇਸ ਨੂੰ ਹਾਸਲ ਕਰਕੇ ਇਸ ਤੋਂ ਹੋਰ ਖਤਰਨਾਕ ਹਥਿਆਰ ਬਣਾਉਣਾ ਚਾਹੁੰਦੇ ਸਨ। ਹਾਲਾਂਕਿ 13ਵੀਂ ਸਦੀ ਦੇ ਵਿੱਚ ਕਿਸੇ ਤਰ੍ਹਾਂ ਵਪਾਰੀਆਂ ਵੱਲੋਂ ਸਿਲਕ ਰੂਟ ਦੇ ਜ਼ਰੀਏ ਗਨ ਪਾਊਡਰ ਯੂਰਪ ਦੇ ਵਿੱਚ ਪਹੁੰਚਾ ਦਿੱਤਾ ਗਿਆ। ਹਾਲਾਂਕਿ ਕੁਝ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਯੂਰਪ ਦੇ ਵਿੱਚ ਗਨ ਪਾਊਡਰ ਮੰਗੋਲ ਹਮਲਾਵਰਾਂ ਵੱਲੋਂ ਪਹੁੰਚਾਇਆ ਗਿਆ ਸੀ। ਯੂਰਪ ਦੇ ਵਿੱਚ ਗਨ ਪਾਊਡਰ ਪਹੁੰਚਣ ਤੋਂ ਬਾਅਦ ਇਸ ਦੀ ਵਰਤੋਂ ਕਰਕੇ ਕਈ ਛੋਟੇ ਅਤੇ ਵੱਡੇ ਹਥਿਆਰ ਬਣਾਏ ਜਾਣ ਲੱਗੇ। ਉਸ ਟਾਈਮ ਗਨ ਪਾਊਡਰ ਜਾਨੀ ਕਿ ਬਰੂਦ ਨੂੰ ਵਰਤ ਕੇ ਸਭ ਤੋਂ ਜ਼ਿਆਦਾ ਤੋਪਾਂ ਬਣਾਈਆਂ ਜਾਂਦੀਆਂ ਸਨ ਜਿਹੜੀ ਕਿ ਯੁੱਧ ਦੇ ਵਿੱਚ ਬਹੁਤ ਜ਼ਿਆਦਾ ਕਾਰਗਰ ਸਾਬਤ ਹੁੰਦੀਆਂ ਸੀ। ਇਸ ਲਈ ਉਸ ਟਾਈਮ ਦੇ ਵਿੱਚ ਤੋਪਾਂ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਸੀ। ਇਸ ਤੋਂ ਬਾਅਦ ਇਹ ਹੋਇਆ ਕਿ 13ਵੀਂ ਅਤੇ 14ਵੀਂ ਸਦੀ ਦੇ ਦੌਰਾਨ ਤੋਪਾਂ ਨੂੰ ਛੋਟੇ ਲੈਵਲ ਤੇ ਬਣਾਇਆ ਜਾਣ ਲੱਗਾ, ਮਤਲਬ ਕਿ ਉਹ ਛੋਟੀਆਂ ਤੋਪਾਂ ਜਿਨ੍ਹਾਂ ਨੂੰ ਹੱਥ ਦੇ ਨਾਲ ਚਲਾਇਆ ਜਾ ਸਕਦਾ ਸੀ। ਦੂਜੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਇਹ ਇੱਕ ਤਰ੍ਹਾਂ ਨਾਲ ਹੈਂਡ ਕੈਨਨ ਸਨ ਜਿਨ੍ਹਾਂ ਨੂੰ ਕਿ ਆਰਕੂਬਸ ਕਿਹਾ ਜਾਂਦਾ ਸੀ। ਇਸ ਨੂੰ ਯੂਰਪ ਦੀ ਪਹਿਲੀ ਬੰਦੂਕ ਵੀ ਕਿਹਾ ਗਿਆ ਸੀ। ਇਸ ਦੇ ਬੈਰਲ ਦੀ ਅੱਗੇ ਦੀ ਸਾਈਡ ਤੋਂ ਪਹਿਲਾਂ ਬਰੂਦ ਭਰਿਆ ਜਾਂਦਾ ਸੀ ਅਤੇ ਬਾਅਦ ਦੇ ਵਿੱਚ ਇਸ ਦੇ ਵਿੱਚ ਲੋਹੇ ਦੀ ਗੋਲੀ ਪਾ ਦਿੱਤੀ ਜਾਂਦੀ ਸੀ। ਇਹ ਗੋਲੀ ਵੀ ਉਹੋ ਜਿਹੀ ਗੋਲ ਹੁੰਦੀ ਸੀ ਜਿਹੋ ਜਿਹਾ ਤੋਪ ਦਾ ਗੋਲਾ ਹੁੰਦਾ ਸੀ, ਬਸ ਇਸ ਦਾ ਸਾਈਜ਼ ਥੋੜਾ ਛੋਟਾ ਸੀ। ਇਸ ਤੋਂ ਬਾਅਦ ਇਸ ਦੀ ਨਾਲੀ ਦੇ ਵਿੱਚ ਇੱਕ ਪਤਲਾ ਜਿਹਾ ਹੋਲ ਕਰਕੇ ਉਸ ਦੇ ਵਿੱਚ ਅੱਗ ਲਗਾ ਦਿੱਤੀ ਜਾਂਦੀ ਸੀ ਜਿਸ ਦੇ ਨਾਲ ਦੇ ਵਿੱਚ ਰੱਖੇ ਗਨ ਪਾਊਡਰ ਦੇ ਵਿੱਚ ਅੱਗ ਲੱਗ ਜਾਂਦੀ ਸੀ ਤੇ ਅੱਗ ਲੱਗਣ ਤੋਂ ਬਾਅਦ ਧਮਾਕਾ ਹੋਣ ਦੇ ਨਾਲ ਤੇਜ਼ੀ ਦੇ ਨਾਲ ਗੋਲੀ ਬਾਹਰ ਨਿਕਲਦੀ ਸੀ। ਤੇ ਫਿਰ 14ਵੀਂ ਸਦੀ ਦੇ ਵਿੱਚ ਇਹ ਬੰਦੂਕਾਂ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਸੁਧਾਰ ਕੀਤੇ ਗਏ ਤੇ ਹੁਣ ਫਿਰ ਇਹਨਾਂ ਦੇ ਨਾਲ ਨਿਸ਼ਾਨਾ ਸਾਧਨ ਦੇ ਲਈ ਤੇ ਇਹਨਾਂ ਨੂੰ ਆਸਾਨੀ ਦੇ ਨਾਲ ਪਕੜਨ ਦੇ ਲਈ ਇਹਨਾਂ ਦੀ ਬੈਰਲ ਦੇ ਪਿੱਛੇ ਲੱਕੜ ਦਾ ਪੱਟ ਲਗਾਇਆ ਜਾਣ ਲੱਗਾ ਜਿਹੜਾ ਕਿ ਅੱਜ ਵੀ ਬੰਦੂਕਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਦੀ ਬੰਦੂਕ ਨੂੰ ਆਰਕੂਬਸ ਹੈਂਡ
ਹੈਂਡਗਨ ਕਿਹਾ ਗਿਆ, ਜਿਹੜੀ ਕਿ ਉਸ ਟਾਈਮ ਦੁਨੀਆ ਦੀ ਪਹਿਲੀ ਹੈਂਡਗਨ ਸੀ। ਸ਼ੁਰੂਆਤ ਦੇ ਵਿੱਚ ਇਹ ਗਨ ਬਹੁਤ ਜ਼ਿਆਦਾ ਕਾਮਯਾਬ ਰਹੀ। ਇਹ ਦੁਸ਼ਮਣ ਨੂੰ ਆਸਾਨੀ ਦੇ ਨਾਲ ਨਿਸ਼ਾਨਾ ਬਣਾ ਕੇ ਜਿੱਤ ਦਿਵਾ ਦਿੰਦੀ ਸੀ। ਪਰ ਬਦਲਦੇ ਵਕਤ ਦੇ ਨਾਲ ਇਸ ਦਾ ਵੀ ਤੋੜ ਕੱਢ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ 14ਵੀਂ ਸਦੀ ਦੇ ਅਖੀਰ ਤੱਕ ਇਸ ਬੰਦੂਕ ਤੋਂ ਬਚਣ ਦੇ ਲਈ 2 mm ਦੇ ਮੋٹے ਕਵਚ ਤਿਆਰ ਕੀਤੇ ਜਾਣ ਲੱਗੇ ਤੇ ਬੁਲਟ ਪ੍ਰੂਫ ਲੋਹੇ ਦੇ ਕਵਚ ਨੂੰ ਬੰਦੂਕ ਦੀ ਗੋਲੀ ਪਾਰ ਨਹੀਂ ਕਰ ਪਾਉਂਦੀ ਸੀ। ਇਸ ਤਰ੍ਹਾਂ ਬੰਦੂਕ ਦੀ ਡਿਮਾਂਡ ਹੌਲੀ-ਹੌਲੀ ਘੱਟ ਹੋਣ ਲੱਗੀ ਤੇ ਕੁਝ ਲੋਕਾਂ ਨੇ ਇਸ ਦੇ ਵਿੱਚ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਇਹ ਮੋਟੀ ਤੋਂ ਮੋਟੀ ਲੋਹੇ ਦੀ ਚਾਦਰ ਨੂੰ ਵੀ ਪਾਰ ਕਰ ਸਕੇ। ਇਸ ਤਰ੍ਹਾਂ ਬੰਦੂਕਾਂ ਦੀ ਨਾਲ ਨੂੰ ਹੋਰ ਜ਼ਿਆਦਾ ਲੰਮੀਆਂ ਤੇ ਮਜ਼ਬੂਤ ਬਣਾਇਆ ਜਾਣ ਲੱਗਾ। ਇਹਨਾਂ ਬੰਦੂਕਾਂ ਨੂੰ ਮਸਕਟ ਕਿਹਾ ਗਿਆ, ਜਿਹੜੀ ਕਿ ਆਰਕੂਬਸ ਬੰਦੂਕਾਂ ਦਾ ਹੀ ਮਾਡਰਨ ਵਰਜਨ ਸਨ, ਪਰ ਇਹ ਉਹਨਾਂ ਦੇ ਨਾਲੋਂ ਕਿਤੇ ਜ਼ਿਆਦਾ ਭਰੋਸੇਮੰਦ ਤੇ ਕਾਰਗਰ ਸਨ। ਇਸ ਦੀ ਗੋਲੀ 2 mm ਦੇ ਮੋٹے ਕਵਚ ਨੂੰ ਵੀ ਆਸਾਨੀ ਦੇ ਨਾਲ ਪਾਰ ਕਰ ਦਿੰਦੀ ਸੀ। 20ਵੀਂ ਸਦੀ ਤੱਕ ਬੰਦੂਕਾਂ ਨੂੰ ਚਲਾਉਣ ਦੇ ਲਈ ਕਿਸੇ ਟ੍ਰਿਗਰ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ, ਬਲਕਿ ਇਹਨਾਂ ਨੂੰ ਚਲਾਉਣ ਦੇ ਲਈ ਬਾਹਰ ਤੋਂ ਹੀ ਇਹਨਾਂ ਦੀ ਨਾਲ ਦੇ ਵਿੱਚ ਲੱਗੇ ਹੋਏ ਫੀਤੇ ਨੂੰ ਅੱਗ ਲਗਾਈ ਜਾਂਦੀ ਸੀ। ਫਿਰ 15ਵੀਂ ਸਦੀ ਦੇ ਦੂਜੇ ਦਸ਼ਕ ਦੇ ਵਿੱਚ ਬੰਦੂਕਾਂ ਦੇ ਵਿੱਚ ਹਲਕਾ ਜਿਹਾ ਫਿਰ ਤੋਂ ਸੁਧਾਰ ਹੋਇਆ ਤੇ ਹੁਣ ਬੰਦੂਕਾਂ ਦੇ ਵਿੱਚ ਟ੍ਰਿਗਰ ਵੀ ਦਿੱਤਾ ਜਾਣ ਲੱਗਾ, ਜਿਹੜਾ ਕਿ ਮੈਚ ਲੌਕ ਸਿਸਟਮ ਦੇ ਉੱਪਰ ਕੰਮ ਕਰਦਾ ਸੀ। ਇਸ ਤਰ੍ਹਾਂ ਬੰਦੂਕ ਦੇ ਵਿੱਚ ਇੱਕ ਜਲਦੇ ਹੋਏ ਫੀਤੇ ਨੂੰ ਕਲੈਂਪ ਦੇ ਉੱਪਰ ਟੰਗ ਦਿੱਤਾ ਜਾਂਦਾ ਸੀ, ਜਿਸ ਦੇ ਕਾਰਨ ਇਸ ਦੇ ਵਿੱਚ ਵਿਸਫੋਟ ਹੁੰਦਾ ਸੀ ਤੇ ਗੋਲੀ ਪੂਰੀ ਸਪੀਡ ਦੇ ਨਾਲ ਬਾਹਰ ਨਿਕਲਦੀ ਸੀ। ਇਸ ਤਰ੍ਹਾਂ ਦੀ ਬੰਦੂਕ ਦੀ ਵਰਤੋਂ ਸਭ ਤੋਂ ਪਹਿਲਾਂ ਐਟਮੋਨਮ ਐਮਪਾਇਰ ਤੇ ਜੈਂਸੀ ਕੌਕ ਨੇ ਤਕਰੀਬਨ 1425 ਤੋਂ 1465 ਦੇ ਵਿਚਕਾਰ ਕੀਤੀ ਸੀ ਤੇ ਫਿਰ ਟਾਈਮ ਦੇ ਨਾਲ ਇਸ ਦੇ ਵਿੱਚ ਹੋਰ ਵੀ ਕਈ ਸੁਧਾਰ ਕੀਤੇ ਗਏ ਤੇ ਇਸ ਬੰਦੂਕ ਦੇ ਵਿੱਚ ਲੱਗੇ ਹੋਏ ਕਲੈਂਪ ਨੂੰ ਸਪਰਿੰਗ ਦੇ ਜ਼ਰੀਏ ਹੋਲਡ ਕਰਕੇ ਰੱਖਿਆ ਜਾਣ ਲੱਗਾ ਤੇ ਜਿਵੇਂ ਹੀ ਇਹ ਟ੍ਰਿਗਰ ਨੂੰ ਦਬਾਇਆ ਜਾਂਦਾ ਤਾਂ ਇਹ ਕਲੈਂਪ ਤੇਜ਼ੀ ਦੇ ਨਾਲ ਜਲਦੇ ਹੋਏ ਫੀਤੇ ਨੂੰ ਬੰਦੂਕ ਦੇ ਨਾਲ ਟੱਚ ਕਰਵਾ ਦਿੰਦਾ ਤੇ ਧਮਾਕਾ ਹੋ ਜਾਂਦਾ। ਇਸ ਤਰ੍ਹਾਂ ਦੀ ਬੰਦੂਕ ਨੂੰ ਸਨੈਪ ਮੈਚ ਲੌਕ ਗਨ ਕਿਹਾ ਜਾਂਦਾ ਸੀ। ਫਿਰ 16ਵੀਂ ਸਦੀ ਦੇ ਵਿੱਚ ਬੰਦੂਕ ਹੋਰ ਵੀ ਜ਼ਿਆਦਾ ਡਿਵੈਲਪ ਹੋਈ। ਹੁਣ ਬੰਦੂਕ ਦੀ ਗੋਲੀ ਨੂੰ ਬਿਨਾਂ ਕਿਸੇ ਬਾਹਰੀ ਅੱਗ ਤੋਂ ਦਾਗਿਆ ਜਾਣ ਲੱਗਾ, ਮਤਲਬ ਕਿ ਹੁਣ ਗਨ ਪਾਊਡਰ ਦੇ ਵਿੱਚ ਵਿਸਫੋਟ ਕਰਨ ਦੇ ਲਈ ਬਾਹਰ ਤੋਂ ਅੱਗ ਦੀ ਲੋੜ ਨਹੀਂ ਪੈਂਦੀ ਸੀ। ਇਸ ਤਰ੍ਹਾਂ ਦੀ ਬੰਦੂਕ ਨੂੰ ਵੀਲ ਲੌਕ ਟ੍ਰਿਗਰ ਗਨ ਕਿਹਾ ਜਾਂਦਾ ਸੀ। ਇਸ ਤਰ੍ਹਾਂ ਦੀ ਗਨ ਨੂੰ ਇੱਕ ਜਰਮਨ ਗਨ ਸਮਿਥ ਜੌਨ ਕਿਫਨਸ ਨੇ 1517 ਦੇ ਵਿੱਚ ਬਣਾਇਆ ਸੀ ਤਾਂ ਇਸ ਤੋਂ ਬਾਅਦ ਸਨ 1520 ਦੇ ਵਿੱਚ ਇਟਲੀ ਦੇ ਵਿੱਚ ਇਸ ਤਰ੍ਹਾਂ ਦੀਆਂ ਵੀਲ ਲੌਕ ਵਾਲੀਆਂ ਗੰਨਾਂ ਬਣਾਈਆਂ ਜਾਣ ਲੱਗੀਆਂ। ਇਸ ਤਰ੍ਹਾਂ ਦੀਆਂ ਬੰਦੂਕਾਂ ਦੇ ਵਿੱਚ ਟ੍ਰਿਗਰ ਦੇ ਵਿੱਚ ਇੱਕ ਸਟੀਲ ਦਾ ਗੋਲ ਪਹੀਆ ਸਪਰਿੰਗ ਦੇ ਜ਼ਰੀਏ ਲੱਗਿਆ ਹੁੰਦਾ ਸੀ, ਜਿਸ ਦੇ ਆਖਰ ਦੇ ਵਿੱਚ ਇੱਕ ਪੱਥਰ ਲੱਗਿਆ ਹੁੰਦਾ ਸੀ। ਇਹਨਾਂ ਬੰਦੂਕਾਂ ਨੂੰ ਚਲਾਉਣ ਦੇ ਲਈ ਇਸ ਪਹੀਏ ਨੂੰ ਗੋਲ ਘੁਮਾ ਕੇ ਆਖਰ ਦੇ ਵਿੱਚ ਲੱਗੇ ਹੋਏ ਹੁੱਕ ਦੇ ਵਿੱਚ ਫਸਾ ਦਿੱਤਾ ਜਾਂਦਾ ਸੀ ਤੇ ਜਿਵੇਂ ਹੀ ਇਸ ਦੇ ਟ੍ਰਿਗਰ ਨੂੰ ਨੱਪਿਆ ਜਾਂਦਾ ਸੀ ਇਹ ਪਹੀਆ ਤੇਜ਼ੀ ਦੇ ਨਾਲ ਘੁੰਮਦਾ ਸੀ। ਇਸ ਦੇ ਵਿੱਚ ਲੱਗਿਆ ਹੋਇਆ ਪੱਥਰ ਬੈਰਲ ਦੇ ਵਿੱਚ ਲੱਗੇ ਹੋਏ ਪੱਥਰ ਦੇ ਨਾਲ ਰਗੜ ਖਾ ਕੇ ਚਿੰਗਿਆਰੀ ਪੈਦਾ ਕਰਦਾ ਸੀ, ਜਿਸ ਦੇ ਨਾਲ ਉਸ ਵਿੱਚ ਅੱਗ ਲੱਗ ਜਾਂਦੀ ਹੈ ਤੇ ਬੰਦੂਕ ਦੇ ਵਿੱਚ ਵਿਸਫੋਟ ਹੋ ਜਾਂਦਾ। ਬੰਦੂਕ ਦੀ ਖੋਜ ਦਾ ਇਤਿਹਾਸ ਬਹੁਤ ਲੰਬਾ ਅਤੇ ਗੁੰਝਲਦਾਰ ਹੈ, ਇਸ ਲਈ ਅੱਗੇ ਦੀਆਂ ਬੰਦੂਕਾਂ ਜਾਂ ਕਹੀਏ ਮਾਡਰਨ ਗਨ ਦਾ ਇਤਿਹਾਸ ਅਸੀਂ ਆਪਣੀ ਕਿਸੇ ਹੋਰ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ। ਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ। ਸਾਡੇ ਫੇਸਬੁੱਕ ਪੇਜ ਜੋਟੀ ਨੂੰ ਜਰੂਰ ਫੋਲੋ ਕਰਨਾ। ਧੰਨਵਾਦ।